ਸਤਿ ਸ਼੍ਰੀ ਅਕਾਲ ਬੱਚਿਓ। ਅੱਜ ਅਸੀਂ ਪੰਜਵਾਂ ਅਧਿਆਇ ਸ਼ੁਰੂ ਕਰਾਂਗੇ। ਅੰਕ ਗਣਿਤਕ ਲੜੀਆਂ, ਅਰਥਮੈਟਿਕ ਪ੍ਰੋਗਰੈਸ਼ਨ ਇਹਨੂੰ ਅੰਗਰੇਜ਼ੀ ਵਿੱਚ ਕਹਿੰਦੇ ਆ। ਅੱਜ ਅਸੀਂ ਪੜ੍ਹਾਂਗੇ ਕਿ ਅੰਕ ਗਣਿਤਕ ਲੜੀਆਂ ਹੁੰਦੀਆਂ ਕੀ ਆ। ਅਸੀਂ ਕੁਝ ਸੂਚੀਆਂ ਤੇ ਵਿਚਾਰ ਕਰਦੇ ਹਾਂ। ਸਾਡੇ ਕੋਲ ਕੁਝ ਲੜੀਆਂ ਨੇ 1 2 3 4 3 5 7 9 100 70 40 10 3 3 3। ਇਹ ਅਸੀਂ ਕੁਝ ਲੜੀਆਂ ਲਿਖੀਆਂ ਨੇ ਸੰਖਿਆਵਾਂ ਦੀਆਂ। ਇਹਦੇ ਵਿੱਚ ਅਸੀਂ ਹਰ ਸੰਖਿਆ ਨੂੰ ਇੱਕ ਪਦ ਕਹਿੰਦੇ ਹਾਂ। ਹਰ ਸੰਖਿਆ ਜਿਹੜੀ ਆ ਉਹ ਸੂਚੀ ਦਾ ਜਾਂ ਲੜੀ ਦਾ ਇੱਕ ਪਦ ਕਹਾਉਂਦੀ ਹੈ। ਅਸੀਂ ਦੇਖਦੇ ਹਾਂ ਕਿ ਅਸੀਂ ਪਹਿਲੀ ਸੂਚੀ ਦੇ ਵਿੱਚ 1 ਜੋੜਿਆ ਤੇ 2 ਬਣ ਗਿਆ, 2 ਜੋੜਿਆ 2 ਵਿੱਚ ਫਿਰ 1 ਜੋੜਿਆ 3 ਬਣ ਗਿਆ, ਫਿਰ 1 ਜੋੜਿਆ ਤੇ 4 ਬਣ ਗਿਆ। ਅਸੀਂ ਹਰ ਵਾਰੀ ਇੱਕ ਜੋੜ ਕੇ ਅਗਲੀ ਸੰਖਿਆ ਪ੍ਰਾਪਤ ਕਰ ਰਹੇ ਹਾਂ। ਇਸ ਸੂਚੀ ਦੇ ਵਿੱਚ ਅਸੀਂ 3 ਵਿੱਚ 2 ਜੋੜੇ ਤੇ 5 ਬਣ ਗਏ, 5 ਵਿੱਚ 2 ਜੋੜੇ 7 ਬਣ ਗਏ, 7 ਵਿੱਚ 2 ਜੋੜੇ ਤੇ 9 ਬਣ ਗਏ। ਹਰ ਵਾਰੀ ਅਸੀਂ ਇੱਕੋ ਹੀ ਸੰਖਿਆ ਨੂੰ ਜੋੜਿਆ 2। ਇਹਦੇ ਵਿੱਚ 100 ਤੋਂ ਬਾਅਦ 70 ਆ ਗਿਆ, ਮਤਲਬ ਕਿ ਅਸੀਂ 30 ਘਟਾਏ, ਜਾਂ ਕਹਿ ਲਓ ਕਿ ਇਹਦੇ ਵਿੱਚ ਅਸੀਂ -30 ਨੂੰ ਜਮ੍ਹਾਂ ਕੀਤਾ। ਫਿਰ ਇਹਦੇ ਵਿੱਚੋਂ 30 ਘਟ ਗਏ ਜਾਂ -30 ਜਮ੍ਹਾਂ ਹੋ ਗਏ, 40 ਬਚ ਗਏ। ਹਰ ਵਾਰੀ ਇੱਕ ਸੰਖਿਆ, ਨਿਸ਼ਚਿਤ ਸੰਖਿਆ ਜਿਹੜੀ ਆ ਉਹ ਅਸੀਂ ਪਹਿਲੀ ਸੰਖਿਆ ਦੇ ਵਿੱਚ ਜੋੜ ਕੇ ਤੇ ਅਗਲੀ ਸੰਖਿਆ ਪ੍ਰਾਪਤ ਕਰ ਰਹੇ ਹਾਂ। ਇਹਦੇ ਵਿੱਚ ਅਸੀਂ ਹਰ ਵਾਰੀ 0 ਜੋੜ ਰਹੇ ਹਾਂ, ਤੁਹਾਨੂੰ ਸੰਖਿਆ 3 ਪ੍ਰਾਪਤ ਹੋ ਰਹੀ ਹੈ। ਇਹਨਾਂ ਸੂਚੀਆਂ ਵਿੱਚ ਅਸੀਂ ਦੇਖਿਆ ਕਿ ਹਰ ਵਾਰੀ ਹਰੇਕ ਸੂਚੀ ਦੇ ਪਹਿਲੇ ਪਦ ਵਿੱਚ ਅਸੀਂ ਇੱਕ ਨਿਸ਼ਚਿਤ ਸੰਖਿਆ ਜੋੜ ਕੇ ਤੇ ਜਿਹੜਾ ਉਹਦਾ ਅਗਲਾ ਪਦ ਆ ਉਹ ਪ੍ਰਾਪਤ ਕਰ ਲੈਂਦੇ ਹਾਂ। ਅੰਕ ਗਣਿਤਕ ਲੜੀਆਂ, ਇੱਕ ਅੰਕ ਗਣਿਤਕ ਲੜੀ, ਇੱਥੋਂ ਸਾਡੇ ਕੋਲ ਇੱਕ ਅੰਕ ਗਣਿਤਕ ਲੜੀ ਬਣਦੀ ਆ। ਇਹ ਸਾਰੀਆਂ ਲੜੀਆਂ ਨੂੰ ਅਸੀਂ ਅੰਕ ਗਣਿਤਕ ਲੜੀਆਂ ਕਹਿੰਦੇ ਆ। ਉਹ ਕਿਹੜੀਆਂ ਹੋਣਗੀਆਂ? ਇੱਕ ਅੰਕ ਗਣਿਤਕ ਲੜੀ ਸੰਖਿਆਵਾਂ ਦੀ ਇੱਕ ਅਜਿਹੀ ਸੂਚੀ ਹੈ, ਉਹ ਸੰਖਿਆਵਾਂ ਦੀ ਸੂਚੀ ਜਿਹਦੇ ਵਿੱਚ ਅਸੀਂ ਹਰੇਕ ਪਦ ਵਿੱਚ ਆਪਣੇ ਤੋਂ ਪਿਛਲੇ ਪਦ ਵਿੱਚ, ਜਿਸ ਵਿੱਚ ਹਰੇਕ ਪਦ ਆਪਣੇ ਤੋਂ ਪਿਛਲੇ ਪਦ ਵਿੱਚ ਇੱਕ ਨਿਸ਼ਚਿਤ ਸੰਖਿਆ ਜੋੜ ਕੇ ਪ੍ਰਾਪਤ ਹੁੰਦਾ ਹੈ। ਮਤਲਬ ਕਿ ਜਦੋਂ ਅਸੀਂ ਇੱਕ ਇਹੋ ਜਿਹੀ ਸੂਚੀ ਬਣਾਈਏ ਜਿਹਦੇ ਵਿੱਚ ਅਗਲਾ ਪਦ ਜਿਹੜਾ ਆ ਉਹ ਪਿਛਲੇ ਪਦ ਵਿੱਚ ਇੱਕ ਨਿਸ਼ਚਿਤ ਸੰਖਿਆ ਜੋੜ ਕੇ ਪ੍ਰਾਪਤ ਕਰੀਏ, ਤੇ ਜਿਹੜੀ ਸੰਖਿਆਵਾਂ ਦੀ ਅਜਿਹੀ ਸੂਚੀ ਆ ਉਹਨੂੰ ਅਸੀਂ ਅੰਕ ਗਣਿਤਕ ਲੜੀ ਕਹਿੰਦੇ ਆ, ਜਾਂ ਅਰਥਮੈਟਿਕ ਪ੍ਰੋਗਰੈਸ਼ਨ। ਇਹਦੇ ਵਿੱਚ ਜਿਹੜੀ ਨਿਸ਼ਚਿਤ ਸੰਖਿਆ ਦਾ ਜ਼ਿਕਰ ਆਇਆ, ਉਸ ਨਿਸ਼ਚਿਤ ਸੰਖਿਆ ਨੂੰ ਅਸੀਂ ਅੰਕ ਗਣਿਤਕ ਲੜੀ ਦਾ ਸਾਂਝਾ ਅੰਤਰ ਕਹਿੰਦੇ ਹਾਂ। ਅੰਕ ਗਣਿਤਕ ਲੜੀ ਨੂੰ ਇਹ ਛੋਟੇ ਰੂਪ ਵਿੱਚ AP ਵੀ ਕਹਿ ਦਿੰਦੇ ਆ। AP ਮੀਨਜ਼ ਅਰਥਮੈਟਿਕ ਪ੍ਰੋਗਰੈਸ਼ਨ ਜਾਂ ਅੰਕ ਗਣਿਤਕ ਲੜੀ। ਤੇ ਅੰਕ ਗਣਿਤਕ ਲੜੀ ਵਿੱਚ ਜਿਹੜੀ ਨਿਸ਼ਚਿਤ ਸੰਖਿਆ ਹੁੰਦੀ ਆ, ਜਿਹੜੀ ਸੰਖਿਆ ਨੂੰ ਅਸੀਂ ਜੋੜ ਕੇ ਤੇ ਅਗਲੀ ਸੰਖਿਆ ਪ੍ਰਾਪਤ ਕਰੀ ਜਾਂਦੇ ਆ, ਉਸ ਸੰਖਿਆ ਨੂੰ ਅਸੀਂ ਬੋਲਦੇ ਆ ਸਾਂਝਾ ਅੰਤਰ। ਇਹ ਆਮ ਤੌਰ ਤੇ ਅਸੀਂ ਸਾਂਝੇ ਅੰਤਰ ਨੂੰ D ਦੇ ਨਾਲ ਲਿਖਦੇ ਹਾਂ। D ਮੀਨਜ਼ ਕਾਮਨ ਡਿਫਰੈਂਸ, ਸਾਂਝਾ ਅੰਤਰ। ਹੁਣ ਜੇ ਅਸੀਂ ਇੱਕ ਸੂਚੀ ਦੀ ਪਹਿਲੀ ਸੰਖਿਆ A ਲਈਏ, ਮੰਨ ਲਓ AP ਦਾ ਪਹਿਲਾ ਪਦ A ਅਤੇ ਸਾਂਝਾ ਅੰਤਰ D ਹੈ। ਸਾਂਝਾ ਅੰਤਰ D ਹੈ। ਅਸੀਂ ਮੰਨ ਲਿਆ ਕਿ ਜਿਹੜੀ AP ਆ, ਅੰਕ ਗਣਿਤਕ ਲੜੀ ਜਿਹੜੀ ਅਸੀਂ ਪ੍ਰਾਪਤ ਕਰਨੀ ਚਾਹੁੰਦੇ ਆ, ਉਹਦਾ ਪਹਿਲਾ ਪਦ ਕੀ ਆ? A, ਤੇ ਉਹਦਾ ਸਾਂਝਾ ਅੰਤਰ ਕੀ ਆ? D। ਇਸ ਲਈ ਫਿਰ ਸਾਡੇ ਕੋਲ ਜਿਹੜੀ AP ਆ ਜਾਂ ਲੜੀ ਆ ਉਹ ਕੀ ਬਣ ਗਈ? A ਦੇ ਵਿੱਚ ਸਾਂਝਾ ਅੰਤਰ ਜੋੜਿਆ, ਸਾਡੇ ਕੋਲ ਦੂਜਾ ਪ੍ਰਾਪਤ ਹੋ ਗਿਆ, ਦੂਜਾ ਪਦ ਪ੍ਰਾਪਤ ਹੋ ਗਿਆ A ਜਮਾ D। ਪਹਿਲੀ ਸੰਖਿਆ ਦੇ ਵਿੱਚ ਸਾਂਝਾ ਅੰਤਰ ਜੋੜਾਂਗੇ ਤੇ ਅਗਲਾ ਪਦ ਪ੍ਰਾਪਤ ਹੋ ਜਾਊਗਾ। ਜਦੋਂ ਅਸੀਂ ਇਸ ਤੋਂ ਅਗਲਾ
पद प्राप्त करना आ, असीं इहदे विच डी जोड़ दांगे। ये मेरे को बन गया ए जमा 2D। अगला अंक अगला साढ़े को हो गया ए जमा 3D। इस तरह ही असीं ਜਿਹੜੇ अगले अगले पद आ वो प्राप्त कर सकते हैं। तो आ जी साढ़े को AP बन गई, ये AP का जनरल रूप आ, जनरल फॉर्म ऑफ AP नूं कह दिंदे असीं, जां आम रूप AP का आम रूप जां जनरल रूप अखरोट दा। हुण असीं इस AP दे नाल संबंधित जिहड़े सवाल आ वो हल करांगे। पहला सवाल असीं हल करन जा रहे हैं, ध्यान नाल समझना। उस तरह ही तुसीं जिहड़े सवाल आ वो अभ्यास दे विचों हल करने आ। AP 3 7 11 15 ਦਾ पहला पद ਅਤੇ ਸਾਂਝਾ अंतर पता करो। ਸਾਂਝਾ अंतर पता करो। हाँ जी, ਇਹਦਾ हल करांगे ਅਸੀਂ। ਇਹ ਸਭ ਤੋਂ ਮੈਂ ਸੌਖਾ ਸਵਾਲ ਲਿਆ ਆ ਤਾਂ ਕਿ ਤੁਹਾਨੂੰ समझ लग जे। लो जी, साढ़े को जी दी हुई AP आ वो हैगी आ 3 7 11 15। AP का पहला पद आ 3। ਸਾਂਝਾ अंतर D, ਸਾਂਝਾ अंतर D। ਅਸੀਂ दूसरे पद विचों पहला पद घटा देंगे। 7 ते घटाओ 3 कदे बराबर हो गया 4। ये साढ़े को आ गया AP का साझा अंतर। होर उदाहरण लवांगे इस तरह की। दूसरी उदाहरण AP 3/2 1/2 -1/2 -3/2 ਦਾ पहला पद ਅਤੇ ਸਾਂਝਾ अंतर पता करो। हाँ जी, ਇਹਦਾ हल करांगे। ਸਾਡੇ ਕੋਲ AP हैगी आ। AP मीनस अंक गिनतक लड़ी 3/2 1/2 -1/2 -3/2। ये साढ़े को दी हुई लड़ी आ। पहला पद A बराबर है 3/2। ਸਾਂਝਾ अंतर D। ਜਦੋਂ ਵੀ ਅਸੀਂ ਸਾਂਝਾ अंतर ਲੱਭਣਾ ਆ, ਅਸੀਂ दूसरे पद ਵਿੱਚੋਂ पहला पद घटा देंगे। दूसरा पद है 1/2 -3/2 बराबर हो गया 2। साढ़े को गुत्तम आ गया। इतने मेरे को बच गया जी 1 -3। 1 का 1 आ गया, 3 का 3 आ। 1 विचों 3 घटाए -2 बच गए, बड़ा की हो गया 2। 2 ਨਾਲ 2 कटे गए, साढ़े को जवाब हो गया -1। इसलिए साढ़े को साझा अंतर D जोड़ा वो कहते बराबर आ गया -1। इस तरीके दे नाल असीं किसी भी AP का पहला पद ते साझा अंतर पता कर सकते हाँ। अगली उदाहरण असीं पढ़ांगे कि असीं ये दसना आ कि दी हुई जिहड़ी AP आ वो दी हुई लड़ी जिहड़ी आ वो AP हैगी आ कि नहीं। जे वो AP हैगी आ तो फिर उहदे अगले 2 पद पता करो। हेठां दित्तिआं विचों किहड़ी AP है। हाँ जी, पहला सवाल 4 10
16 22 सो ऑन। दूसरा सवाल, एक माइनस एक माइनस 3 तो माइनस 5। पहले 2 सवाल हल करांगे, उस तो बाद अगे चलांगे। पहला सवाल, साढ़े को जी लड़ी दी आ 4 10 16 22, ये एक लड़ी आ। असी देखना है भी की ये एक AP है। ਉਹਦੇ ਵਾਸਤੇ ਅਸੀਂ ਕੀ ਕਰਾਂਗੇ, ਸਾਂਝਾ ਅੰਤਰ ਪਤਾ ਕਰਾਂਗੇ। ਜੇ ਇਸ ਲੜੀ ਦੇ ਵਿੱਚ ਹਰ ਦੋ ਸੰਖਿਆਵਾਂ ਦੇ ਵਿੱਚ ਜਿਹੜਾ ਅੰਤਰ ਆ ਉਹ ਬਰਾਬਰ ਆ ਜੇ ਤੇ ਫਿਰ ਉਹ AP ਹੋਊਗੀ। ਕੀ ਕਰੋ, ਦੂਸਰੇ ਪਦ ਵਿੱਚੋਂ ਪਹਿਲਾ ਪਦ ਘਟਾ ਦਿਓ। ਦੂਸਰਾ ਪਦ A2 ਮਾਈਨਸ ਪਹਿਲਾ ਪਦ A1। ਦੂਸਰਾ ਪਦ 10 ਘਟਾਓ 4, ਜਵਾਬ ਕੀ ਹੋ ਗਿਆ 6। तीसरे पद विचों दूसरा पद घटा दो। तीसरे पद चों दूसरा पद, तीसरा पद A3 तो दूसरा पद A2 16 घटाओ 10, साढ़े को जवाब आ गया 6। चौथे पद विचों तीसरा पद घटा दो। चौथा पद है 22 घटाओ 16, साढ़े को जवाब आ गया 6। असी की देखते हैं कि हर वार जिहड़ा अंतर आ वो बराबर आ रहा, हरेक वार जिहड़ा अंतर आ वो बराबर आ रहा है। हरेक वार अंतर एक समान है, इसलिए दिती हुई लड़ी एक AP है। क्योंकि हर वारी जो अंतर आ वो एक समान आ रहा आ, इस करके ये जिहड़ी लड़ी आ ये एक AP आ। उन्हें आख्या कि इस AP दे अगले 2 पद लिखो। हुण अगले 2 पद किहड़े हो गए फिर, इसलिए पहला पद हैगा सी 4, ये 6 जुड़िया 10, फिर बन गया 16, फिर बन गया 22। हुण 22 दे विच 6 जोड़ांगे, जिहड़ा साझा अंतर साडे कोल आया ना 6 जोड़ांगे तो 28, 28 ਦੇ 6 जोड़े तो की बन गए 34। ये साढ़े को अगले 2 पद जोड़े AP के प्राप्त हो गए। इस तो अगला सवाल जी, दूसरा सामने आया 1 माइनस 1 माइनस 3 तो माइनस 5। ये भी असी देखना भी ये जी लड़ी आ जां जी सूची आ वो एक AP है कि नहीं। असी की करांगे, दूसरे पद विचों पहला पद घटा देंगे, माइनस 1 तो माइनस 1। पहले माइनस 1 है जो अं 1 घटाता, साढ़े को गया जी माइनस 2। तीसरे पद विचों दूसरा पद घटा दो, माइनस 3 तो माइनस 1, इनू ब्रैकेट में पा लो। ये बराबर हो गया जी माइनस 3, माइनस तो माइनस प्लस हो गया। हुण माइनस 3 में 1 जोड़ांगे, साढ़े को आ जाऊगा जी माइनस 2। चौथे पद विचों तीसरा पद घटा दो, माइनस 5 तो माइनस 3। ये होगा जी माइनस 5, माइनस तो माइनस प्लस हो गया, प्लस 3। हुण माइनस 5 में जो 3 जोड़े साढ़े को बन गया माइनस 2। असी की देख रहे हैं कि हर वार साझा अंतर जिहड़ा आ वो माइनस 2 आ रहा आ, इको जिहा आ रहा है। इस करके ये लड़ी भी एक AP है, क्योंकि हरेक वार साझा अंतर एक समान है, इसलिए दिती हुई लड़ी एक AP है। ये असी अगले 2 पद लिखांगे, इसलिए एक ही होगा जी 1 माइनस 1 माइनस 3 माइनस 5 तो माइनस 7 तो माइनस 9। ये साढ़े कोल
ਦੂਸਰਾ ਸਮ ਸੀ। ਹੁਣ ਅਸੀਂ ਇਹਦੇ ਨਾਲ ਰਲਦਾ ਇੱਕ ਹੋਰ ਸਵਾਲ ਹੱਲ ਕਰਾਂਗੇ। ਤੀਸਰਾ ਸਮ ਆ, ਸਾਡੇ ਕੋਲ ਲੜੀ ਦਿੱਤੀ ਹੈ ਜੀ 2 ਨਹੀਂ -2 2 ਫਿਰ -2 ਫਿਰ 2 ਫਿਰ -2। ਹੁਣ ਅਸੀਂ ਇਹਨੂੰ ਹੱਲ ਕਰਦੇ ਹਾਂ, ਸਾਂਝਾ ਅੰਤਰ ਲੱਭਦੇ ਹਾਂ। ਦੂਸਰੇ ਪਦ ਵਿੱਚੋਂ ਪਹਿਲਾ ਪਦ ਘਟਾਵਾਂਗੇ। ਦੂਸਰਾ ਪਦ ਵੇਖੋ ਹੈਗਾ ਜੀ 2, ਇਹਦੇ ਵਿੱਚ ਅਸੀਂ ਪਹਿਲਾ ਪਦ ਘਟਾਇਆ -2, ਇਹ ਬਰਾਬਰ ਹੋਗਾ ਜੀ 2 ਮਾਈਨਸ ਤੋਂ ਮਾਈਨਸ ਹੋਗਾ +2, ਸਾਡੇ ਕੋਲ ਬਣ ਗਏ 4। ਤੀਸਰੇ ਪਦ ਵਿੱਚੋਂ ਦੂਸਰਾ ਪਦ ਘਟਾ ਦਿਓ, -2 ਤੇ -2, ਇਹ ਮੇਰੇ ਕੋਲ -2 ਤੋਂ -2 ਬਣ ਗਿਆ -4। ਚੌਥੇ ਪਦ ਵਿੱਚੋਂ ਤੀਸਰਾ ਪਦ ਘਟਾ ਦਿਓ, ਚੌਥਾ ਪਦ ਹੈਗਾ 2, ਇਹਦੇ ਵਿੱਚੋਂ ਅਸੀਂ ਘਟਾਏ -2, ਇਹ ਮੇਰੇ ਕੋਲ ਜੀ 2 ਤੇ ਜਮਾ 2, ਮੇਰੇ ਕੋਲ ਜਵਾਬ ਆ ਗਿਆ 4। ਪੰਜਵੇਂ ਪਦ ਵਿੱਚੋਂ ਚੌਥਾ ਪਦ ਘਟਾ ਦਿਓ, ਪੰਜਵਾਂ ਪਦ ਹੈਗਾ -2, ਇਹ 'ਚ ਚੌਥਾ ਪਦ ਘਟਾਇਆ 2, ਮੇਰੇ ਕੋਲ ਬਣ ਗਿਆ -4। ਇੱਥੇ ਹੀ ਕੀ ਦੇਖਦੇ ਹਾਂ ਕਿ ਹਰ ਵਾਰੀ ਜਿਹੜਾ ਦੋ ਸੰਖਿਆਵਾਂ ਦਾ ਅੰਤਰ ਆ ਉਹ ਵੱਖਰਾ ਵੱਖਰਾ ਆ ਰਿਹਾ। ਪਹਿਲੀਆਂ ਦੋ ਸੰਖਿਆਵਾਂ ਦਾ ਅੰਤਰ 4 ਆ, ਅਗਲੀਆਂ ਦੋ ਸੰਖਿਆਵਾਂ ਦਾ ਅੰਤਰ -4 ਆ, ਫਿਰ ਉਸ ਤੋਂ ਅਗਲੀਆਂ ਦੋ ਸੰਖਿਆਵਾਂ ਦਾ ਅੰਤਰ ਫਿਰ 4 ਹੋ ਗਿਆ ਜਮਾ, ਫਿਰ ਉਸ ਤੋਂ ਅਗਲੀਆਂ ਦੋ ਸੰਖਿਆਵਾਂ ਦਾ ਜਿਹੜਾ ਅੰਤਰ ਆ ਉਹ -4 ਆ ਗਿਆ। ਤੇ ਇਹ ਜਿਹੜਾ ਅੰਤਰ ਆ ਇਹ ਇੱਕ ਸਮਾਨ ਨਹੀਂ ਆ ਰਿਹਾ, ਇਸ ਕਰਕੇ ਇਹ ਜਿਹੜੀ ਲੜੀ ਆ ਉਹ AP ਨਹੀਂ ਹੈਗੀ, ਅੰਕ ਗਣਿਤਕ ਲੜੀ ਨਹੀਂ ਹੈਗੀ, ਕਿਉਂਕਿ ਪਦਾਂ ਵਿਚਲਾ ਅੰਤਰ ਇੱਕ ਸਮਾਨ ਨਹੀਂ ਹੈ। ਇਸ ਲਈ ਦਿੱਤੀ ਹੋਈ AP ਦਿੱਤੀ ਹੋਈ ਲੜੀ, ਇਸ ਲਈ ਦਿੱਤੀ ਹੋਈ ਲੜੀ ਇੱਕ AP ਨਹੀਂ ਹੈ। ਇਹ ਤਰੀਕਾ ਆ, ਜੇ ਅਸੀਂ ਪਤਾ ਕਰਨਾ ਹੋਵੇ ਕਿ ਦਿੱਤੀ ਹੋਈ ਲੜੀ ਇੱਕ AP ਹੈਗੀ ਕਿ ਨਹੀਂ ਹੈਗੀ, ਅਸੀਂ ਹਮੇਸ਼ਾ ਹੀ ਜਿਹੜੀਆਂ ਉਹ ਜਿਹੜੇ AP ਦੇ ਲੜੀ ਦੇ ਪਦ ਆ ਉਹਨਾਂ ਵਿਚਲਾ ਅੰਤਰ ਪਤਾ ਕਰਾਂਗੇ। ਉਹਨਾਂ ਦਾ ਅੰਤਰ ਪਤਾ ਕਰਕੇ ਤੇ ਅਸੀਂ ਇਹ ਪਤਾ ਕਰ ਸਕਦੇ ਹਾਂ ਕਿ ਉਹ ਜਿਹੜੀ ਦਿੱਤੀ ਹੋਈ ਲੜੀ ਆ ਉਹ ਇੱਕ AP ਹੈਗੀ ਆ ਕਿ ਨਹੀਂ। ਹੁਣ ਤੁਸੀਂ 5.1 ਅਭਿਆਸ ਦੇ ਸਵਾਲ ਜਿਹੜੇ ਆ ਉਹ ਹੱਲ ਕਰ ਸਕਦੇ ਜੇ। ਜਿਹੜੀ ਵੀ ਤੁਹਾਨੂੰ ਕੋਈ ਮੁਸ਼ਕਲ ਹੋਊਗੀ ਤੁਸੀਂ ਮੈਨੂੰ ਮੈਸੇਜ ਕਰਕੇ ਜਾਂ WhatsApp ਰਾਹੀਂ ਮੈਸੇਜ ਭੇਜ ਕੇ ਤੇ ਆਪਣੀ ਜਿਹੜੀਆਂ ਮੁਸ਼ਕਲਾਂ ਆ ਉਹ ਦੱਸ ਸਕਦੇ ਜੀ। ਧੰਨਵਾਦ।